दिल पर क्या गुजरी है वो अनजान क्या जाने, प्यार की कीमत को वो नादान क्या जाने। हवा के साथ उड़ा था घर उन परिंदों का, कैसे बनाया था घोंसला तूफान क्या जाने। कैसे बनाया था घोंसला वो तूफान क्या जाने। ਵੇੜਾ ਖੁਸ਼ੀਆਂ ਦਾ ਦੇਖਦੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਰਣਜੀਤ ਕੌਰ ਵੀਰ ਦੇ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਹੁਣ ਆਪਾਂ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇੱਕ ਗੀਤ ਦੇ ਨਾਲ। Please visit EnglishIsVeryEasy.com। ਸਤਿ ਸ਼੍ਰੀ ਅਕਾਲ ਜੀ, ਮੈਂ GTP ਮਾਰਵਲਸ ਕਾਲਜ ਤੋਂ ਆਈਲੈਟਸ ਦੀ ਪ੍ਰੈਪਰੇਸ਼ਨ ਕੀਤੀ ਸੀ ਤੇ ਮੈਂ ਅਪਰੋਕਸੀਮੇਟਲੀ 14 ਡੇਜ਼ ਦਾ ਸਾਰਾ ਮੇਰਾ ਕੋਰਸ ਸੀ ਤੇ ਟੀਚਰ ਆ ਵੈਰੀ ਗੁੱਡ ਐਂਡ এনवायरमेंट ਇੱਥੇ ਦਾ ਬਹੁਤ ਵਧੀਆ ਆ ਤੇ ਮੈਂ ਓਵਰਆਲ 6.5 ਬੈਂਡ ਸਕੋਰ ਕੀਤੇ ਆ ਐਂਡ ਥੈਂਕਸ ਟੂ ਬੇਦੀ ਸਰ ਐਂਡ देयर all staff to help me getting these bands. For more info, please visit EnglishIsVeryEasy.com। ਵਿਚਾਰਨ ਦੀ ਗੱਲ ਦੋਸਤੋ, ਆਪਾਂ ਵਿਚਾਰਦੇ ਹਾਂ ਇੰਡੀਆ ਦੇ ਬਾਰੇ, ਹਿੰਦੁਸਤਾਨ ਦੇ ਬਾਰੇ ਜੋ ਉੱਥੇ ਸਰਕਾਰਾਂ ਦੇ ਅੱਜ ਕੱਲ੍ਹ ਚੱਲ ਰਹੇ ਨੇ। ਆਪਾਂ ਜੇ ਪਿਛਲਾ ਇਤਿਹਾਸ ਵੀ ਲਈਏ, ਸਰਕਾਰਾਂ ਹਮੇਸ਼ਾ ਇਹ ਕਰਦੀਆਂ ਆਈਆਂ ਨੇ ਕਿ ਜਦੋਂ ਵੀ ਕੋਈ ਉਹਨਾਂ ਦੇ ਖਿਲਾਫ ਐਸਾ ਕੋਈ ਕਾਰਵਾਈ ਜਾਂ ਮੁੱਦਾ ਉੱਠਦਾ ਹੈ ਤੇ ਜਨਤਾ ਦਾ, ਪਬਲਿਕ ਦਾ ਧਿਆਨ ਭਟਕਾਉਣ ਲਈ ਕੋਈ ਹੋਰ ਮੁੱਦਾ ਐਡਾ ਦਾ ਖੜਾ ਕਰ ਦਿੰਦੀਆਂ ਨੇ ਕਿ ਜਿਸ ਨਾਲ ਜਨਤਾ ਦਾ ਧਿਆਨ ਇੱਧਰੋਂ ਉੱਧਰ ਭਟਕ ਜਾਏ ਤੇ ਜਿਹੜਾ ਅਸਲੀ ਉਹਨਾਂ ਦਾ ਨੁਕਸਾਨ ਹੋਣ ਵਾਲਾ ਹੈ ਪਾਰਟੀਆਂ ਦਾ, ਉਹ ਨਾ ਹੋਵੇ। ਐਗਜ਼ਾਮਪਲ, ਹੁਣ ਜੋ ਲਖੀਮਪੁਰ ਦੇ ਵਿੱਚ 4 ਕਿਸਾਨ ਤੇ ਇੱਕ ਪੱਤਰਕਾਰ, ਜਿਸ ਨੂੰ ਮੰਤਰੀ ਦੇ ਮੁੰਡੇ ਨੇ ਤੇ ਆਪਣੇ ਸਾਥੀਆਂ ਨਾਲ ਹੋਰ ਲੈ ਕੇ ਉਹਨਾਂ ਨਾਲ ਹੋਰ ਕਿਸਾਨਾਂ ਨੂੰ ਕੁਚਲ ਦਿੱਤਾ, ਉਹ ਮੁੱਦਾ ਭਖੇ ਰਿਹਾ ਸੀਗਾ। ਲੋਕ ਉਸ ਦੇ ਉੱਤੇ ਜੋ ਮਿਨਿਸਟਰ ਹੈ ਮਿਸਟਰ ਮਿਸ਼ਰਾ, ਹੋਮ ਮਿਨਿਸਟਰ ਆਫ ਸਟੇਟ, ਉਹ ਜਿਹੜਾ ਹੈ ਉਸ ਨੂੰ ਲਾਉਣ ਦੀ ਗੱਲ ਕਰ ਰਿਹਾ ਕਿ ਉਹਦੇ ਹੁੰਦਿਆਂ ਹੋਇਆਂ ਨਿਆਂ ਨਹੀਂ ਮਿਲਣਾ। ਹੁਣ ਜੋ ਗੱਲ ਨਿਕਲ ਕੇ ਆ ਰਹੀ ਹੈ, ਜੋ ਉੱਥੇ ਇੱਕ ਬੰਦੇ ਨੂੰ ਪੁੱਠਾ ਟੰਗਿਆ ਹੋਇਆ ਪਾਇਆ ਗਿਆ ਹੈ, ਮਰਿਆ ਹੋਇਆ ਪਾਇਆ ਗਿਆ ਹੈ, ਉਸ ਦਾ ਪਤਾ ਲੱਗਿਆ ਹੈ ਕਿ ਉਹ ਲਖਬੀਰ ਸਿੰਘ ਹੈ, ਤਰਨਤਾਰਨ ਦੇ ਲਾਗੇ ਇੱਕ ਪਿੰਡ ਦਾ। ਉਹ ਇੱਕ ਡਰੱਗ ਐਡਿਕਟ ਹੈ। ਉਹਦੇ ਕੋਲ ਵਿਚਾਰੇ ਕੋਲ 50 ਰੁਪਏ ਤੱਕ ਨਹੀਂ ਸੀ ਹੁੰਦੇ ਕਿਤੇ ਜਾਣ ਵਾਸਤੇ, ਤੇ ਇਹ ਏਜੰਸੀਆਂ ਨੇ, ਗੌਰਮੈਂਟ ਨੇ ਧਿਆਨ ਭਟਕਾਉਣ ਲਈ ਕੀ ਕੀਤਾ ਕਿ ਉਸ ਨੂੰ ਉੱਥੋਂ ਲਿਜਾ ਕੇ ਉੱਥੇ ਮਰਵਾ ਦਿੱਤਾ। ਵੀ ਇਸ ਨੇ ਕੋਈ ਸਰਬ ਲੋ, ਜਿਹੜੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਅਲੱਗ ਗੱਲ ਹੈ, ਸਰਬ ਲੋ ਗ੍ਰੰਥ ਕੀ ਆ ਗਿਆ ਕਿ ਉਸ ਦੀ ਬੇਅਦਬੀ ਕਰ ਰਿਹਾ ਸੀ ਜੀ। ਉਸ ਦੀ ਵੀਡੀਓ ਤਾਂ ਕੋਈ ਨਹੀਂ ਮਿਲੀ, ਪਰ ਉਹ ਕਹਿੰਦੇ ਜੀ ਅਸੀਂ ਇਸ ਨੂੰ ਇਹ ਸਜ਼ਾ ਦਿੱਤੀ ਹੈ ਕਿਉਂਕਿ ਸਰਕਾਰਾਂ ਸਜ਼ਾ ਨਹੀਂ ਦਿੰਦੀਆਂ ਰਹੀਆਂ। ਗੱਲ ਵੀ ਸਹੀ ਹੈ ਕਿ ਜਿਨ੍ਹਾਂ ਨੇ ਵੀ ਅੱਜ ਤੱਕ ਬੇਅਦਬੀ ਕੀਤੀ ਹੈ, ਭਾਵੇਂ ਸਰਕਾਰ ਉਹ ਅਕਾਲੀ ਦਲ ਦੀ ਰਹੀ ਹੈ, ਚਾਹੇ ਉਹ ਕਾਂਗਰਸ ਦੀ ਆਈ, ਅਮਰਿੰਦਰ ਸਿੰਘ ਹੋਣੀ ਆਏ, ਕਿਸੇ ਨੇ ਵੀ ਉਹਨਾਂ ਨੂੰ ਬੇਅਦਬੀ ਕਰਨ ਵਾਲਿਆਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਦਿੱਤੀ। ਅਕਾਲੀ ਸਰਕਾਰ ਦੇ ਟਾਈਮ ਤੇ ਜਦੋਂ ਯਾਦ ਹੋਣਾ ਤੋਤਾ ਸਿੰਘ ਹੁਣੀ ਮਿਨਿਸਟਰ ਹੁੰਦੇ ਸੀ ਤੇ ਉੱਥੇ ਮਾਲਵੇ 'ਚ ਨਰਮੇ ਦਾ ਬਹੁਤ ਨੁਕਸਾਨ ਹੋਇਆ ਸੀ ਕਿਉਂਕਿ ਉਸ ਨੂੰ ਦਵਾਈ ਜਿਹੜੀ ਡੁਪਲੀਕੇਟ ਸਰਕਾਰ ਨੇ ਸਪਲਾਈ ਕੀਤੀ ਸੀ। ਜੋ ਤੋਤਾ ਸਿੰਘ ਮੰਤਰੀ ਸਨ, ਉਹਨਾਂ ਦੇ ਕੇਸ ਚੱਲਣ ਲੱਗਾ, ਉਹਨਾਂ ਦੇ ਖਿਲਾਫ ਕਿਸਾਨਾਂ ਨੇ ਆਵਾਜ਼ ਉਠਾਈ ਤੇ ਉਸ ਵੇਲੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾ ਦਿੱਤੀ ਗਈ। ਮੈਂ ਕਹਾਂਗਾ ਕਿ ਕਰਵਾ ਦਿੱਤੀ ਗਈ, ਹੋਈ ਨਹੀਂ। ਲੋਕਾਂ ਦਾ ਧਿਆਨ ਉੱਧਰ ਚਲਾ ਗਿਆ। ਫਿਰ ਵੈਬਲ ਕਾਂਡ ਹੋਇਆ, ਗੋਲੀਆਂ ਚੱਲੀਆਂ, 2 ਬੰਦੇ ਉੱਥੇ ਮਾਰੇ ਗਏ। ਅਕਾਲੀਆਂ ਦੇ ਟਾਈਮ ਤੇ ਵੀ ਕੋਈ ਬੰਦਾ ਨਹੀਂ ਫੜਿਆ ਗਿਆ। ਫਿਰ ਅਮਰਿੰਦਰ ਸਿੰਘ ਕਹਿੰਦਾ ਕਿ ਮੈਂ ਦੇਖੋ ਜੀ ਇਹਨਾਂ ਬੰਦਿਆਂ ਨੂੰ, ਨਸ਼ਿਆਂ ਨੂੰ ਮੈਂ ਖਤਮ ਕਰ ਦਿਆਂਗਾ ਤੇ ਜਿਨ੍ਹਾਂ ਬੰਦਿਆਂ ਨੇ ਬੇਅਦਬੀ ਕੀਤੀ ਉਹਦੀ ਸਜ਼ਾ ਉਹਨਾਂ ਨੂੰ ਦਿਵਾਵਾਂਗਾ। ਕੋਈ ਨਹੀਂ ਕੁਝ ਵੀ ਹੋਇਆ। 4.5 ਸਾਲ ਉਹ ਬੀਤ ਗਏ। ਹੁਣ ਦੇਖੋ ਜੋ ਇੱਥੇ ਹੋ ਰਿਹਾ ਹੈ, ਸਰਕਾਰਾਂ ਕਰ ਰਹੀਆਂ ਨੇ। ਇਹ ਗੱਲ ਨਹੀਂ ਕਿ ਕਿਸੇ ਪਿਛਲੀਆਂ ਸਰਕਾਰਾਂ ਨੇ ਜਾਂ ਕਾਂਗਰਸ ਨੇ ਵੀ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਹੋਏ, ਪਰ ਅੱਜ ਦੀ ਡੇਟ ਵਿੱਚ ਇਹ ਹੈ ਕਿ ਜਿਹੜਾ ਘੱਟ ਮਾੜਾ ਹੈ ਉਹ ਫਿਰ ਵੀ ਚੰਗਾ ਹੈ। ਸਰਕਾਰਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਪਬਲਿਕ ਬਹੁਤ ਜਾਗਰੂਕ ਹੋ ਚੁੱਕੀ ਹੈ। ਉਹ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇ ਰਹੀ ਔਰ ਕਿਸਾਨ ਅੰਦੋਲਨ ਤਕਰੀਬਨ ਪੂਰੇ ਹਿੰਦੁਸਤਾਨ ਵਿੱਚ ਫੈਲ ਚੱਲਿਆ ਹੈ, ਜਿਸ ਨੂੰ ਗੋਦੀ ਮੀਡੀਆ ਕੋਈ ਨਹੀਂ ਦਿਖਾ ਰਿਹਾ ਤੇ ਸੋਸ਼ਲ ਮੀਡੀਆ ਤੇ ਉਹ ਚੀਜ਼ਾਂ ਆ ਰਹੀਆਂ ਨੇ। ਕੈਨੇਡਾ ਦੇ ਵੀ ਬਹੁਤ ਸਾਰੇ ਮੀਡੀਆ ਨੇ ਜਿਹੜੇ ਇਸ ਦੇ ਗੱਲ ਨਹੀਂ ਕਰ ਰਹੇ, ਪਰ ਕੋਈ ਇੱਕੇ ਦੁੱਕੇ ਜਿਹੜੇ ਨੇ ਸੱਚਾਈ ਬੋਲ ਰਹੇ ਨੇ। ਇਹ ਸੱਚਾਈ ਸਾਨੂੰ ਬੋਲਣੀ ਚਾਹੀਦੀ ਹੈ। ਮੈਂ ਫਿਰ ਗੱਲ ਕਰਾਂਗਾ ਕਿ ਭਗਤ ਸਿੰਘ ਉਦੋਂ ਹੀ ਨਹੀਂ ਪੁਰਾਣੇ ਟਾਈਮ ਤੇ ਜਨਮਿਆ ਸੀ। ਅੱਜ ਵੀ ਅਸੀਂ ਭਗਤ ਸਿੰਘ ਦਾ ਰੂਪ ਲੈ ਸਕਦੇ ਹਾਂ ਜੇ ਅਸੀਂ ਸੱਚ ਹੱਕ ਲਈ ਖੜੇ ਹੋਣ ਲਈ ਤਿਆਰ ਹੋਈਏ। ਆਓ ਸਾਰੇ ਮਿਲ ਕੇ ਅਸੀਂ ਜੋ ਗਲਤ ਹੈ ਉਸ ਨੂੰ ਗਲਤ ਕਹੀਏ ਔਰ ਜੋ ਸੱਚ ਹੈ ਉਸ ਨੂੰ ਸੱਚ ਨੂੰ ਬਿਆਨ ਕਰੀਏ। ਨਹੀਂ ਤੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਬਹੁਤ ਹਰਜਾਨਾ ਭੁਗਤਣਗੀਆਂ। ਪੇਸ਼ ਹੈ ਅੱਜ ਦਾ ਇੱਕ ਜੋਕ। ਇੱਕ ਟੀਵੀ ਤੇ ਅਨਾਉਂਸਮੈਂਟ ਕਰ ਰਿਹਾ ਹੈ ਬੰਦਾ
और एडवाइस दे रहा है पब्लिक ਨੂੰ। कार चलाते समय अपनी सीट बेल्ट का इस्तेमाल ज़रूर करें। बाइक चलाते समय अपना हेलमेट ज़रूर पहनें। अपनी बीवी के रखे हुए करवा चौथ पे ही सिर्फ भरोसा ना करें। ਸਾਡਾ ਕੈਨੇਡਾ ਦੋਸਤੋ, ਆਓ ਤੁਹਾਨੂੰ ਦੱਸਦੇ ਹਾਂ ਕਿ ਕੈਨੇਡਾ ਦੇ ਵਿੱਚ ਜੋ ਪਹਿਲਾਂ 338 ਰਾਈਡਿੰਗ ਸਨ, ਯਾਨੀ ਕਿ 338 ਜੋ ਮੈਂਬਰ ਆਫ ਪਾਰਲੀਮੈਂਟ ਸਨ, ਹੁਣ ਜਿਹੜੇ ਅਗਲੀ ਇਲੈਕਸ਼ਨ ਹੋਣੀ ਹੈ ਫੈਡਰਲ ਇਲੈਕਸ਼ਨ, ਉਸ ਦੇ ਵਿੱਚ 342 ਯਾਨੀ 342 ਰਾਈਡਿੰਗਸ ਹੋਣਗੀਆਂ ਤੇ 342 ਹੀ ਮੈਂਬਰ ਆਫ ਪਾਰਲੀਮੈਂਟ ਚੁਣੇ ਜਾਣਗੇ। ਅਲੱਗ-ਅਲੱਗ ਪ੍ਰੋਵਿੰਸ ਵਿੱਚ ਕਿੱਥੇ ਇੱਕ ਕੋਈ ਰਾਈਡਿੰਗ ਘਟੀ ਹੈ ਤੇ ਕਿੱਥੇ ਵਧੀ ਹੈ, ਇਹਦੀ ਡਿਟੇਲ ਤੁਹਾਨੂੰ ਅਸੀਂ ਇਸ ਵੇਲੇ ਨਹੀਂ ਦੱਸਾਂਗੇ। ਲੇਕਿਨ ਜੇ ਹੁਣ ਸਿਟੀਜ਼ਨਸ਼ਿਪ ਦੇ ਵਿੱਚ ਕੁਐਸਚਨ ਆ ਜਾਵੇ ਤੇ ਉਸ ਦੇ ਵਿੱਚ 342 ਰਾਈਡਿੰਗਸ ਅਗਰ ਆਨਸਰ ਆਇਆ ਹੈ ਤੇ ਅਸੀਂ 342 ਕਹਿਣਾ ਹੈ ਜੇ ਉੱਥੇ ਅਪਡੇਟ ਹੋ ਗਿਆ ਹੋਵੇ। ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਅਸੀਂ ਅਮਰਜੀਤ ਸੋਹੀ ਜੀ ਨੂੰ, ਜੋ ਕਿ ਐਡਮੰਟਨ ਦੇ ਪੰਜਾਬੀ ਭਰਾ ਆਪਣੇ ਉੱਥੇ ਮੇਅਰ ਬਣੇ ਨੇ। ਬੜੀ ਵੱਡੀ ਇਹ ਅਚੀਵਮੈਂਟ ਹੈ। ਔਰ ਦੂਸਰੇ ਪਾਸੇ ਅਲਬਰਟਾ ਦਾ ਦੂਸਰਾ ਮੇਨ ਸ਼ਹਿਰ ਹੈ ਕੈਲਗਰੀ, ਉੱਥੇ ਦੇ ਜੋਤੀ ਗੋਂਡੇਕ, ਉਹ ਪਹਿਲੇ ਪੰਜਾਬੀ ਮਹਿਲਾ ਮੇਅਰ ਬਣੇ ਨੇ ਸਿਟੀ ਦੇ। ਪੇਸ਼ ਹੈ ਅੱਜ ਦਾ ਇੱਕ ਹੋਰ ਜੋਕ। ਇੱਕ ਬੰਦਾ ਆਪਣੀ ਜ਼ਿੰਦਗੀ ਬਾਰੇ ਦੱਸ ਰਿਹਾ ਹੈ। मैं जब छोटा था तो स्कूल में एक बड़ी सुंदर लड़की मेरे से अपना होमवर्क करवाया करती थी और सब लड़के मुझसे जला करते थे। किस्मत देखो, मेरी उससे शादी हो गई। उस लड़की की आदत अब भी नहीं सुधरी। अब भी वो अपना सारा होमवर्क जो है घर का वो मेरे से ही करवाती है। अब उसकी सारी सहेलियां उससे जलती हैं। ਇੰਗਲਿਸ਼ ਇਜ਼ ਵੈਰੀ ਈਜ਼ੀ। ਦੋਸਤੋ, ਅੱਜ ਇਸ ਦੇ ਵਿੱਚ ਤੁਹਾਨੂੰ ਆਪਣੀ ਮਾਰਵਲਸ ਇੰਗਲਿਸ਼ ਸਪੀਕਿੰਗ ਕੋਰਸ ਬੁੱਕ ਦੇ ਵਿੱਚੋਂ ਹੀ ਇੱਕ ਸੈਂਟੈਂਸ ਤੇ ਉਸ ਦੀ ਟਰਾਂਸਲੇਸ਼ਨ ਦੱਸਦੇ ਹਾਂ। ਆਪਾਂ ਕਹਿ ਦਿੰਦੇ ਹਾਂ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ। ਇਸ ਦੀ ਇੰਗਲਿਸ਼ ਹੈ ਏ ਵਰਡ ਟੂ ਦੀ ਵਾਈਜ਼ ਇਜ਼ ਇਨਫ, ਯਾਨੀ ਕਿ ਇੱਕ ਸ਼ਬਦ ਹੀ ਕਿਹਾ ਹੋਇਆ ਓਕੇ, ਇੰਨਾ ਹੀ ਕਾਫੀ ਹੁੰਦਾ ਹੈ। ਪੇਸ਼ੇ ਅੱਜ ਦਾ ਇੱਕ ਹੋਰ ਜੋਕ। ਇੱਕ ਘਰ ਵਾਲਾ ਘਰ ਆਉਂਦਾ ਤੇ ਆਪਣੀ ਘਰ ਵਾਲੇ ਨੂੰ ਕਹਿੰਦਾ, ਮੈਂ ਡਾਕਟਰ ਕਹਿੰਦਾ ਮੈਨੂੰ ਸ਼ੂਗਰ ਮੇਰੀ ਬਾਰਡਰ ਲਾਈਨ ਤੇ ਆ, ਫਿੱਕੀ ਚਾਹ ਮੈਨੂੰ ਦਿਆ ਕਰਗਾ। ਤਾਂ ਘਰ ਵਾਲੀ ਉਹ ਕਹਿੰਦੀ ਮੇਰੇ ਕੋ ਨਹੀਂ ਬਣਦੀ ਅਲੱਗ-ਅਲੱਗ ਚਾਹਾਂ, ਆ ਲੱਡੂ ਖਾ ਕੇ ਪੀ ਲਿਆ ਕਰੋ, ਆਪੇ ਫਿੱਕੀ ਲੱਗਿਆ ਕਰੂਗੀ। ਆਪਣਾ ਬਿਰਦ ਸਮਾਰੇ ਔਖੀ ਘੜੀ ਨਾ ਦੇਖਣ ਦੇ। ਦੇਖਦੇ ਹਾਂ ਕਿ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਪ੍ਰੋਫੈਸਰ ਸਾਹਿਬ ਆਪਣੀ ਦਰਸ਼ਕਾਂ ਲਈ ਕੀ ਜਾਣਕਾਰੀ ਲੈ ਕੇ ਹਨ। ਜੀ ਪ੍ਰੋਫੈਸਰ ਸਾਹਿਬ। ਰਣਜੀਤ ਜੀ, ਗੁਰਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਮਨ ਮੂਰਖ ਕਾਹੇ ਬਿਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ। ਤਾਂ ਇਹਦਾ ਮਤਲਬ ਗੁਰਬਾਣੀ ਆਪਾਂ ਨੂੰ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮ ਤੇ ਉਸ ਦਾ ਇਸ ਜਨਮ 'ਚ ਮਿਲ ਰਿਹਾ ਮਾੜਾ ਚੰਗਾ ਫਲ, ਖਾਸ ਤੌਰ 'ਤੇ ਮਾੜਾ ਫਲ, ਉਹਦੇ ਬਾਰੇ ਜ਼ਿਕਰ ਕਰਦੀ ਹੈ ਕਿ ਮਨਾ ਤੂੰ ਆਪਣੇ ਪਿਛਲੇ ਜਨਮ ਦੇ ਵਿੱਚ ਕੁਝ ਮਾੜਾ ਕਰਕੇ ਆਇਆ ਤੇ ਇਸ ਲਈ ਤੈਨੂੰ ਇਹ ਮਾੜਾ ਮਿਲ ਰਿਹਾ, ਤੂੰ ਕਿਉਂ ਬਿੱਲ ਲਾ ਰਿਹਾ। ਯਾਨੀ ਕਿ ਅੰਗਰੇਜ਼ੀ ਦੇ ਵਿੱਚ ਓ ਮਾਈ ਇਗਨੋਰੈਂਟ ਐਂਡ ਸਟੂਪਿਡ ਮਾਈਂਡ, ਵਾਈ ਆਰ ਯੂ ਕਰਸਿੰਗ ਐਵਰੀਥਿੰਗ, ਵਾਈ ਆਰ ਯੂ ਕਰਸਿੰਗ ਐਵਰੀਵਨ, ਕਿਉਂ ਤੂੰ ਸਾਰਿਆਂ ਨੂੰ ਹੀ ਮਾੜਾ ਕਹੀ ਜਾਂਦਾ, ਆਪਣੀ ਕਿਸਮਤ ਨੂੰ ਵੀ ਕੋਸ ਰਿਹਾ, ਹਰ ਚੀਜ਼ ਜੋ ਤੇਰੇ ਕੋਲ ਆ ਉਹਨੂੰ ਵੀ ਕੋਸ ਰਿਹਾ, ਹਰ ਇਨਸਾਨ ਨੂੰ, ਹਰ ਇੱਕ ਨੂੰ, ਆਪਣੇ ਨਾਲ ਦੇ ਨੂੰ, ਪਰਾਏ ਨੂੰ ਕੋਸ ਰਿਹਾ। पूर्व लिखे का लिखा पाइए, what you did in your previous births you are getting according to that। तो क्यों ਐਵੇਂ ਤੂੰ ਕਲਪ ਰਿਹਾ ਹੈ। ਇਹਦਾ ਮਤਲਬ ਕਿ ਗੁਰਬਾਣੀ ਦੇ ਜੇ ਆਪਾਂ ਉਹ ਆਸਰੇ ਨੂੰ ਲੈ ਕੇ ਚੱਲ ਰਹੇ ਹਾਂ ਤੇ ਸਾਨੂੰ ਪਿਛਲੇ ਕਰਮਾਂ ਦਾ ਇਹ ਮੰਨਣਾ ਪੈਣਾ ਕਿ ਇਹ ਜਨਮ ਕਰਨ ਦਾ ਚੱਕਰ ਹੈ ਕੋਈ, ਰਾਈਟ। ਹੁਣ ਦੇਖੋ, ਜਿਵੇਂ ਕਹਿੰਦੇ ਆ ਕਿ ਰਾਜਾ ਜਨਕ ਨੇ ਆਪਣੀ ਧੀ ਸੀਤਾ ਦੇ ਵਾਸਤੇ ਰਾਜ ਘਰਾਣਾ ਚੁਣਿਆ ਸੀ। ਜੇ ਦੁਨਿਆਵੀ ਆਪਾਂ ਪੱਖ ਤੋਂ ਦੇਖੀਏ, ਸੀਤਾ ਨੇ ਸਾਰੀ ਉਮਰ ਨਹੀਂ ਉੱਥੇ ਕੋਈ ਸੁੱਖ ਪਾਇਆ। ਜੀ ਬਿਲਕੁਲ। ਉਹਨੂੰ ਘਰ ਜਾਂਦੇ ਨੂੰ ਹੀ
ਰਾਮਚੰਦਰ ਜੀ ਨੂੰ ਜਦੋਂ ਘਰ ਗਈ ਹੈ ਤੇ ਉਹਨੂੰ 14 ਸਾਲ ਦਾ ਬਨਵਾਸ ਦਿਵਾਤਾ। ਜੀ ਫਿਰ ਉਹ ਰਾਵਣ ਹੱਥੋਂ ਕਿੰਨੀ ਪਰੇਸ਼ਾਨ ਰਹੀ, ਜੰਗਲਾਂ 'ਚ ਕਿੰਨੀ ਪਰੇਸ਼ਾਨੀ ਕੱਟੀ। ਜੀ ਜੇ ਵਾਪਸ ਉਹ ਆਈ 14 ਸਾਲ ਦਾ ਬਨਵਾਸ ਕੱਟ ਕੇ, ਤੇ ਰਾਮਚੰਦਰ ਜੀ ਨੇ ਉਹ ਇੱਕ ਆਪਣੇ ਜਿਹੜਾ ਉਹਦਾ ਨਗਰ ਵਾਸੀ ਸੀ ਉਹਨਾਂ ਦਾ, ਉਹਦੇ ਕਹੇ ਤੇ ਉਹਨੂੰ ਘਰੋਂ ਕੱਢ ਦਿੱਤਾ। ਬੱਚਿਆਂ ਸਮੇਤ ਸੀਤਾ ਚਲੀ ਗਈ, ਘਰੋਂ ਨਿਕਲ ਗਈ ਬੱਚੇ ਲੈ ਕੇ। ਔਰ ਉਸ ਦੇ ਬਾਅਦ ਸੀਤਾ ਜਿਹੜੀ ਆ ਉਹ ਧਰਤੀ 'ਚ ਸਮਾ ਗਈ। ਤਾਂ ਕਿਸਮਤ ਕੋਈ ਚੀਜ਼ ਹੈਗੀ ਹੈ, ਲੇਕਿਨ ਇਸ ਜ਼ਿੰਦਗੀ ਨੂੰ ਆਪਾਂ ਜਿਉਣ ਦੇ ਤਰੀਕੇ ਸਿੱਖਣੇ ਆ। ਜਿਉਣ ਦੇ ਤਰੀਕੇ, ਹੁਣ ਜੋ ਤਰੀਕਾ ਅਸੀਂ ਸਿੱਖਣਾ ਉਹ ਕੀ ਹੈ, ਗੁਰਬਾਣੀ ਨਾਲ ਕਹਿੰਦੀ ਹੈ। ਇੱਕ ਤਾਂ ਭਾਣਾ ਮੰਨਣਾ। ਜੀ ਬਿਲਕੁਲ, ਭਾਣਾ ਮੰਨਣਾ। ਜੋ ਰੱਬ ਨੇ ਸਾਨੂੰ ਦਿੱਤਾ ਹੈ ਉਸ ਦਾ ਭਾਣਾ, ਚੰਗਾ ਮਾੜਾ ਜੋ ਵੀ ਹੈ, ਸਾਨੂੰ ਉਹ ਕਬੂਲ ਕਰਨਾ ਪੈਣਾ ਹੈ। ਆਪਣੇ ਆਪ ਨੂੰ ਹੀ ਪਹਿਲਾਂ ਐਕਸੈਪਟ ਕਰਨਾ ਪੈਣਾ ਹੈ ਜਿੱਦਾਂ ਦੇ ਅਸੀਂ ਹੈਗੇ ਹਾਂ। ਬਿਲਕੁਲ। ਨੰਬਰ 2 ਤੇ ਸਾਨੂੰ ਚੰਗੇ ਕਰਮ ਕਰਨੇ ਨੇ। ਗੁਰਬਾਣੀ ਇਹ ਕਹਿ ਰਹੀ ਹੈ ਕਿ ਪਿਛਲੇ ਜਨਮ 'ਚ ਅਸੀਂ ਜ਼ਰੂਰ ਕੋਈ ਮਾੜੇ ਕਰਮ ਕੀਤੇ ਆ। ਮਾੜੇ ਕਰਮ ਕੀ ਹੁੰਦੇ ਆ? ਕਿਸੇ ਦੀ ਹੱਕ ਦੀ ਚੀਜ਼ ਖਾ ਲੈਣਾ, ਜੀ ਬਿਲਕੁਲ। ਕਿਸੇ ਦਾ ਬਿਨਾਂ ਪਰਪਸ ਦੇ ਦਿਲ ਦੁਖਾਉਣਾ। ਕੋਈ ਈਰਖਾ ਨਾ ਸੜ ਕੇ ਆਪਣਾ ਦਿਲ ਦੁਖਾਈ ਜਾਵੇ, ਉਹ ਲੱਖ ਗੱਲ ਹੈ। ਲੇਕਿਨ ਬਿਨਾਂ ਪਰਪਸ ਤੁਸੀਂ ਆਪਣੇ ਦਿਲ ਨੂੰ, ਕਿਸੇ ਦੇ ਦਿਲ ਨੂੰ ਦਿਖਾਓ, ਜੀ ਉਹ ਮਾੜੀ ਗੱਲ ਹੈ। ਬਿਲਕੁਲ। ਪਰ ਤੁਸੀਂ ਚੰਗੇ ਕਰਮ ਕਰਨੇ ਆ, ਤੁਸੀਂ ਇਨਸਾਨੀਅਤ ਵਾਸਤੇ ਚੰਗੇ ਕਰਮ ਕਰਨੇ ਆ। ਆਪਣੇ ਦਿਲ ਨੂੰ ਪੂਰੀ ਤਰ੍ਹਾਂ ਕਲੀਅਰ ਕਰਕੇ, ਹਰ ਚੰਗੀ ਇੰਟੈਂਸ਼ਨ ਰੱਖ ਕੇ, ਤੇ ਅੰਤ ਵਿੱਚ ਹਰ ਰੋਜ਼ ਮਤਲਬ ਕਿ ਸਰਬੱਤ ਦੇ ਭਲੇ ਦੀ ਅਰਦਾਸ ਵੀ ਕਰਨੀ ਹੈ। ਜੀ ਬਿਲਕੁਲ। ਉਹ ਸਾਡੇ ਚੰਗੇ ਕਰਮ ਨੇ ਤੇ ਇਸ ਦੇ ਨਾਲ ਸਾਡਾ ਜਨਮ ਸਫਲ ਹੋਣਾ ਹੈ। ਜੀ। ਹੋਰ ਜੀਵਨ ਦੇ ਤਰੀਕੇ ਕੀ ਹੈ ਕਿ ਸੈਂਸ ਆਫ ਹਿਊਮਰ ਆਪਾਂ ਡਿਵੈਲਪ ਕਰਨੀ ਹੈ, ਜਿਸ ਦੇ ਨਾਲ ਅਸੀਂ ਖੁਸ਼ੀਆਂ ਮਾਣ ਸਕੀਏ। ਜੀ। ਖੁਸ਼ੀਆਂ ਅਸੀਂ ਲੱਭਣ ਦੇ ਚੱਕਰ 'ਚ ਰਣਜੀਤ ਜੀ ਕਹਿੰਦੇ ਕਿ ਆਪਾਂ ਸਾਰੀ ਉਮਰ ਆਪਾਂ ਲਗਾ ਦਿੰਦੇ ਆ ਕਿ ਚੰਗੇ ਦਿਨ ਆਉਣਗੇ, ਤੇ ਅੰਤ ਵਿੱਚ ਜਾ ਕੇ ਸਾਨੂੰ ਪਤਾ ਲੱਗਦਾ ਜਿਹੜੇ ਦਿਨ ਲੰਘ ਗਏ ਉਹ ਹੀ ਚੰਗੇ ਸੀ। ਫਿਰ ਉਹ ਜਨਮ ਵਿਅਰਥਾ ਹੋ ਜਾਂਦਾ ਹੈ। ਪ੍ਰੈਜ਼ੈਂਟ ਵਿੱਚ ਰਹਿਣਾ ਉਹ ਸਭ ਤੋਂ ਵੱਡੀ ਸਾਡੀ ਖੁਸ਼ੀ ਹੈ। ਕਹਿੰਦੇ ਜਿਹੜੇ ਯੰਗ ਹੁੰਦੇ ਆ ਨਾ ਜੀ, ਉਹ ਲੋਕ ਜਿਹੜੇ ਨੇ ਉਹ ਆਪਣਾ ਫਿਊਚਰ ਵਿੱਚ ਰਹਿੰਦੇ ਨੇ। ਮੇਰਾ ਫਿਊਚਰ 'ਚ ਗਾਂ ਕੀ ਹੋਊਗਾ, ਮੰਨ ਲਓ ਜੇ ਹਾਲੇ ਆਪਣੇ ਬੱਚੇ ਪੜ੍ਹ ਰਹੇ ਆ, ਮੈਂ ਜ਼ਿੰਦਗੀ 'ਚ ਕੀ ਬਣੂੰਗਾ, ਕਿ ਮੈਨੂੰ ਸਮਾਜ ਕਬੂਲ ਕਰੂਗਾ, ਮੇਰੀ ਅਗਲੀ ਜ਼ਿੰਦਗੀ ਵਿਆਹੀ ਹੋਈ ਕਿਵੇਂ ਦੀ ਜ਼ਿੰਦਗੀ ਹੋਊਗੀ, ਮੇਰਾ ਫਿਊਚਰ ਕਿਵੇਂ ਦਾ ਹੋਊਗਾ, ਉਹ ਇਸ ਗੱਲੋਂ ਪਰੇਸ਼ਾਨ ਰਹਿੰਦੇ ਆ। ਜੀ। ਜਿਹੜੇ ਬਜ਼ੁਰਗ ਹੋ ਜਾਂਦੇ ਆ ਉਹ ਪਾਸਟ ਦੇ ਬਾਰੇ ਸੋਚ ਕੇ ਪਰੇਸ਼ਾਨ ਰਹਿੰਦੇ ਆ, ਹਾਏ ਉਹ ਲੰਘ ਗਿਆ, ਹੁਣ ਉਹ ਜਵਾਨੀ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ, ਸਰੀਰ ਨੂੰ ਬਿਮਾਰੀਆਂ ਲੱਗ ਗਈਆਂ, ਉਹ ਪਾਸਟ ਵਿੱਚ ਰਹਿੰਦੇ ਆ ਤਾਂ ਪਰੇਸ਼ਾਨ ਹੈ। ਜੀ ਬਿਲਕੁਲ। ਇੱਕ ਜਿਹੜਾ ਛੋਟਾ ਬੱਚਾ ਹੈ ਉਹ ਹੱਸਦਾ ਖੇਡਦਾ ਹੈ, ਉਹ ਪਤਾ ਕਿਉਂ ਖੁਸ਼ ਰਹਿੰਦਾ? ਕਿਉਂਕਿ ਉਹ ਪ੍ਰੈਜ਼ੈਂਟ 'ਚ ਰਹਿੰਦਾ ਹੈ, ਉਹ ਵਰਤਮਾਨ 'ਚ ਰਹਿੰਦਾ ਹੈ। ਜ਼ਿੰਦਗੀ ਸਾਨੂੰ ਜਿਉਣਾ ਇਹ ਸਿਖਾਉਂਦੀ ਹੈ ਕਿ ਅਸੀਂ ਪ੍ਰੈਜ਼ੈਂਟ ਵਿੱਚ ਰਹੀਏ ਤੇ ਹਰ ਪਲ ਜਿਹੜਾ ਵਧੀਆ ਬਿਤਾਈਏ। ਜੀ ਬਿਲਕੁਲ। ਫਿਰ ਸੈਂਸ ਆਫ ਹਿਊਮਰ ਵਿੱਚ ਡਿਵੈਲਪ ਕਰੋ, ਹੱਸਣਾ ਸਿੱਖੋ। ਕਿਸ ਤਰ੍ਹਾਂ? ਕਿਸੇ ਦੇ ਉੱਪਰ ਨਹੀਂ ਹੱਸਣਾ। ਨਿੱਕੀ ਨਿੱਕੀ ਗੱਲ 'ਚ ਮੈਂ ਅੱਜ ਵੀ ਦੇਖਦਾ ਰਣਜੀਤ ਜੀ, ਕਈ ਇਦਾਂ ਦੇ ਕਾਰਟੂਨਸ ਆਉਂਦੇ ਆ, ਜੋਕਸ ਆਉਂਦੇ ਆ ਕਿ ਜਿਹਨਾਂ ਨੂੰ ਪੜ੍ਹ ਕੇ ਕਈ ਵਾਰ ਹਾਸਾ ਰੁਕਦਾ ਹੀ ਨਹੀਂ ਹੈ। ਉਹ ਜੀਣ ਦਾ ਤਰੀਕਾ ਹੈ ਵੀ ਅਸੀਂ ਕਿਵੇਂ ਇਸ ਦੁੱਖ ਭਰੀ ਜ਼ਿੰਦਗੀ 'ਚੋਂ ਵੀ ਹਾਸੇ ਕੱਢਣੇ ਆ। ਜੀ। ਕੋਈ ਬੰਦੇ ਦੇ ਚਿਹਰੇ ਤੇ ਸਮਾਈਲ ਦੇਖੀਏ ਤੇ ਇਹ ਨਾ ਸਮਝੀਏ ਕਿ ਉਹ ਬੰਦੇ ਨੂੰ ਕੋਈ ਪਰੇਸ਼ਾਨੀ ਨਹੀਂ ਹੈ, ਬਲਕਿ ਇਹ ਸਮਝੋ ਕਿ ਉਸ ਬੰਦੇ ਨੂੰ ਆਪਣੇ ਆਪ ਤੇ ਸੈਲਫ ਕੌਨਫੀਡੈਂਸ ਹੈ ਤੇ ਉਸ ਨੂੰ ਪੋਜ਼ਿਟਿਵ ਚੀਜ਼ਾਂ, ਫਿਊਚਰ ਪੋਜ਼ਿਟਿਵ ਹੋਣ ਦੀ ਉਹਨੂੰ ਉਮੀਦ ਹੈ, ਤੇ ਉਹਨੂੰ ਇਹ ਹੈ ਕਿ ਰੱਬ ਨੇ ਮੇਰੇ ਨਾਲ ਵਧੀਆ ਕਰਨਾ ਹੈ ਜੋ ਵੀ ਹੋਣਾ ਹੈ। ਇਹ ਉਸ ਦੀ ਸਮਾਈਲ ਦਾ ਮਤਲਬ ਹੈ। ਇਹ ਜ਼ਿੰਦਗੀ ਜਿਉਣ ਦੇ ਢੰਗ ਹੈ। ਹੁਣ ਇੱਕ ਨੇ ਜੋਕ ਭੇਜਿਆ, ਮੈਂ ਕਹਾਂ ਕਿ ਵਾਰੇ ਜਾਈਏ ਇਹੋ ਜਿਹੇ ਲੋਕ ਜਿਹੜੇ ਵਧੀਆ ਤਰੀਕੇ ਨਾਲ ਜ਼ਿੰਦਗੀ ਨੂੰ ਸੈਂਸ ਕਰਦੇ ਆ ਤੇ ਉਹ ਆਪ ਵੀ ਹੱਸਦੇ ਨੇ ਤੇ ਦੂਜਿਆਂ ਨੂੰ ਵੀ ਹਸਾਉਂਦੇ ਨੇ। ਉਹ ਕਹਿੰਦੇ ਰਾਵਣ ਚੱਲ ਰਿਹਾ ਸੀ, ਪਿਛਲੇ ਦਿਨਾਂ ਦੀ ਗੱਲ ਹੈ ਕਿ ਦੁਸ਼ਹਿਰਾ ਹੋ ਕੇ ਹਟਿਆ, ਤੇ ਇੱਕ ਬੰਦੇ ਨੇ ਆਪਣੀ ਵਾਈਫ ਨੂੰ ਮੋਢੇ ਤੇ ਚੱਕ ਕੇ ਉਹ ਦੁਸ਼ਹਿਰਾ ਦਿਖਾ ਰਿਹਾ ਤੇ ਰਾਵਣ ਜਲਦਾ ਦਿਖਾ ਰਿਹਾ, ਤੇ ਉਹਨੇ ਥੱਲੇ ਕੈਪਸ਼ਨ ਕੀ ਲਿਖਿਆ ਹੋਇਆ, ਕਹਿੰਦਾ ਸਮਝ ਨਹੀਂ ਆ ਰਹੀ ਇਹ ਬੰਦਾ ਆਪਣੀ ਵਾਈਫ ਨੂੰ ਰਾਵਣ ਦਿਖਾ ਰਿਹਾ ਕਿ ਰਾਵਣ ਨੂੰ ਆਪਣੀ ਘਰਵਾਲੀ ਦਿਖਾ ਰਿਹਾ। ਤੋ ਇਹਦੇ ਵਿੱਚ ਕਿੰਨੀ ਡੂੰਘੀ ਗੱਲ ਛੁਪੀ ਹੋਈ ਹੈ। ਹਾਸੇ ਜਿਹੜੇ ਨੇ ਉਹ ਫ੍ਰੀ ਦੇ ਨੇ। ਅਸੀਂ ਖੁਸ਼ੀਆਂ ਪੈਸੇ ਖਰਚ ਕੇ ਦੂਰ ਕਿਤੇ ਜਾ ਕੇ ਉੱਥੇ ਲੱਭਦੇ ਹਾਂ, ਉੱਥੇ ਵੀ ਉਹੀ ਧਰਤੀ ਹੈ, ਥੋੜੀ ਜਗ੍ਹਾ ਸੋਹਣੀ ਹੋਏਗੀ, ਮੌਸਮ ਵਧੀਆ ਹੋਏਗਾ, ਲੇਕਿਨ ਦੋਸਤੋ ਖੁਸ਼ੀਆਂ ਇਹ ਸਾਡੇ ਅੰਦਰ ਛੁਪੀਆਂ ਹੋਈਆਂ ਨੇ। ਜਦੋਂ ਅਸੀਂ ਇਹਨਾਂ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਲੱਭਣਾ ਸ਼ੁਰੂ ਕਰ ਦਿੰਦੇ ਹਾਂ, ਫੇਰ ਹੀ ਤੁਹਾਡੇ ਤੇ ਸਾਡੇ ਦਿਲਾਂ ਦੇ ਤੇ ਘਰਾਂ ਦੇ ਵਿਹੜੇ ਸਦਾ ਖੁਸ਼ੀਆਂ ਦੇ ਨਾਲ ਮਹਿਕਦੇ ਰਹਿੰਦੇ ਨੇ। बदल जाओ वक्त के साथ, जा वक्त को बदलना सीखो, मजबूरियों को मत कोसो,
हर हाल में चलना सीखो, हर हाल में चलना सीखो। उम्मीद करते हैं कि पहले प्रोग्रामां की तरह तुहानूं इस हफ्ते का प्रोग्राम भी पसंद आया होगा। अपनी फीडबैक देंदे रहना। हुण मिलदे हां जी अगले हफ्ते एक नवा प्रोग्राम लैके। तद तक तुहाडा ते साडा रब राखा।